श्री नानक पद पंकज बंधन पद पंकज बंदना सिमरो अंगद दोख निकंदना। अमरदास गुर हृदय ध्यावो हृदय ध्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ समत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह बिसाला। तरों तरा पर पुन पुन सीसा जी पुन पुन सीसा। बंदों बार बार जगदीसा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। छोटे निशान तरे दर बाजत आवत जावत लेत है कई। जुग जुग अटल साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे सत्कारयोग सत्संगी जनों दोवें हाथ जोड़ के फतेह प्रवान करो। आखो जी वाहिगुरु जी का खालसा वाहिगुरु जी की फतेह। सतगुरां जी की अपार कृपा के सदका सानू इस सुभाग समा प्राप्त होया है अपनी जिंदगी दियां कुछ घड़ियां नूं सफला बनाउण दे वास्ते असीं रोजाना जिथे सतगुरां जी की पावन हजूरी अंदर सज के सतगुरां जी की अमृतमय बाणी का रस भिंडा कीर्तन सरवण करते हाँ। उस दे नाल नाल इतिहास लड़ीवार कथा विचारां दे नाल भी साझा पाउंदे हां। पिछले दीवाना तक असीं धन गुरु नानक साहिब जी महाराज जी के जीवन के बाबत जो श्री गुरु नानक प्रकाश के विचों पूर्व अध्याय 21वें का प्रसंग सरवण करते आ रहे हैं। इत्थों तक विचार सरवण कर चुके हाँ कि धन गुरु नानक साहिब जी महाराज जी के विआह के बाबत जिथे नानका परिवार समेत दादके परिवार के रल मिल के धन गुरु नानक साहिब जी महाराज जिथे सुल्तानपुर की धरती उत्ते बेबे नानकी जी के कोल रहिंदे ने मोदी खाने की कार करते हैं। समूह नानके अते दादके परिवार के जी रल मिल के सुल्तानपुर की धरती के उत्ते पहुँचते हैं जिथे सुल्तानपुर धरती के रहने वाले लोग धन गुरु नानक साहिब जी महाराज जी के विआह की खबर सुन के जिथे खुशियां मनाते हैं उत्थे नानके अते दादके परिवार के कोलों भी खुशी साभी नहीं जा रही। सारे रल मिल के खुशियां मनाते हैं। अनेक तरह दी रस्मां
ਅਨੇਕਾਂ ਤਰ੍ਹਾਂ ਦੇ ਰਿਵਾਜ ਜਿਹੜੇ ਚੱਲੇ ਆਉਂਦੇ ਸਨ, ਉਹਨਾਂ ਦੇ ਅਨੁਸਾਰ ਉਹ ਸਾਰੇ ਕਾਰਜ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਵੱਖ-ਵੱਖ ਤਰੀਕਿਆਂ ਦੇ ਨਾਲ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਨਗਰ ਦੀਆਂ ਇਸਤਰੀਆਂ, ਬੇਦੀ ਕੁਲ ਦੇ ਰਹਿਣ ਵਾਲੇ ਜੀ ਸਾਰੇ ਰਲ ਮਿਲ ਕੇ ਖੁਸ਼ੀ ਦੇ ਗੀਤ ਗਾਉਂਦੇ ਨੇ, ਇੱਕ ਦੂਜੇ ਦੇ ਨਾਲ ਹਾਸਾ ਮਜ਼ਾਕ ਵੀ ਕਰਦੇ ਨੇ ਤੇ ਅਨੇਕਾਂ ਤਰ੍ਹਾਂ ਦੇ ਕਾਰਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਵਿਆਹ ਦੇ ਮੌਕੇ ਉੱਤੇ ਕੀਤੇ ਜਾਂਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬਟਨਾ ਮਿਲਿਆ ਜਾਂਦਾ। ਤੇ ਇਸੇ ਤਰ੍ਹਾਂ ਕਵੀ ਜੀ ਨੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੀ ਪਹਿਨੀ ਹੋਈ ਪੋਸ਼ਾਕ ਦੀ ਵੀ ਬਣਤਰ ਦਾ ਜ਼ਿਕਰ ਕੀਤਾ ਵੀ ਹੀਰਿਆਂ ਦੇ ਨਾਲ, ਕੀਮਤੀ ਪਦਾਰਥਾਂ ਦੇ ਨਾਲ, ਕੀਮਤੀ ਜਵਾਹਰਾਤ ਦੇ ਨਾਲ, ਨਗਾਂ ਦੇ ਨਾਲ ਜੜੀ ਹੋਈ ਪੋਸ਼ਾਕ ਪਾਤਸ਼ਾਹ ਜੀ ਨੇ ਪਹਿਨੀ ਹੋਈ ਹੈ ਤੇ ਸਿਰ ਦੇ ਉੱਤੇ ਸੋਹਣੀ ਤਰ੍ਹਾਂ ਦੀ ਦਸਤਾਰ ਪਾਤਸ਼ਾਹ ਜੀ ਨੇ ਸਜਾਈ ਹੋਈ, ਜਿਸ ਨੂੰ ਦੇਖ ਕੇ ਸਾਰੇ ਜੀ ਆਪਣੇ ਮਨ ਦੇ ਵਿੱਚ ਖੁਸ਼ੀ ਮਨਾਉਂਦੇ ਨੇ, ਖੁਸ਼ ਮਹਿਸੂਸ ਹੁੰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇ ਪ੍ਰਸੰਗ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਛੋਟੇ ਨਿਸ਼ਾਨ ਤਰੇ ਦਰ ਬਾਜਤ ਆਵਤ ਜਾਵਤ ਲੇਤ ਹੈ ਕੀ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਦੇ ਮੌਕੇ ਦੇ ਉੱਤੇ ਰਿਸ਼ਤੇਦਾਰ, ਸੱਜਣ ਮਿੱਤਰ ਅਨੇਕਾਂ ਪ੍ਰਕਾਰ ਦੇ ਨਾਲ ਖੁਸ਼ੀਆਂ ਮਨਾਉਂਦੇ ਨੇ, ਉੱਥੇ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਕਾਰਜ ਦੇ ਵਾਸਤੇ ਹੁਣ ਬੇਬੇ ਨਾਨਕੀ ਜੀ ਦੇ ਘਰ ਦੇ ਬਾਹਰ ਕਹਿੰਦੇ ਦਰਵਾਜ਼ੇ ਦੇ ਉੱਤੇ ਛੋਟੇ ਨਗਾਰੇ ਵੱਜਦੇ ਨੇ ਤੇ ਅਨੇਕਾਂ ਤਰ੍ਹਾਂ ਦੇ ਨਾਲ ਜਿੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਇਲਾਕੇ ਦੇ ਜਿਹੜੇ ਮੰਗਤੇ ਨੇ, ਮੰਗਣ ਵਾਲੇ ਨੇ, ਜਿਹੜੇ ਕਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਮੋਦੀ ਖਾਨੇ ਕੋਲ ਮੰਗਣ ਆਉਂਦੇ ਸੀ, ਅੱਜ ਖੁਸ਼ੀਆਂ ਦੇ ਮੌਕੇ ਦੇ ਉੱਤੇ ਬੇਬੇ ਨਾਨਕੀ ਜੀ ਦੇ ਘਰ ਵਿਖੇ ਪਹੁੰਚ ਗਏ ਨੇ ਤੇ ਆ ਕੇ ਅਨੇਕਾਂ ਪ੍ਰਕਾਰਾਂ ਦੇ ਨਾਲ ਕਹਿੰਦੇ ਦਾਨ ਪ੍ਰਾਪਤ ਕਰਕੇ ਜਾਂਦੇ ਹਨ। ਤਾਤ ਕਮਾਈ ਕੋ ਕਾਲੂ ਬੈ ਲੋਕ ਵਿਸਾਲ ਉਤਾਰ ਰਿਦਾ ਬਹੁ ਦੇਈ। ਇਸੇ ਤਰ੍ਹਾਂ ਕਹਿੰਦੇ ਆਪਣੇ ਪੁੱਤਰ ਦੀ ਵਿਸ਼ਾਲ ਕਮਾਈ ਨੂੰ ਦੇਖ ਕੇ ਮਹਿਤਾ ਕਾਲੂ ਜੀ ਦਾ ਜਿਹੜਾ ਹਿਰਦਾ ਸੀ ਉਹ ਬਹੁਤ ਖੁੱਲ੍ਹ ਦਿਲਾ ਹੋ ਗਿਆ। ਜਦੋਂ ਆਪਣੇ ਪੁੱਤਰ ਦੀ ਵਡਿਆਈਆਂ ਦੇਖੀਆਂ, ਆਪਣੇ ਪੁੱਤਰ ਦਾ ਜਸ ਦੇਖਿਆ ਤਾਂ ਮਹਿਤਾ ਕਾਲੂ ਜੀ ਨੇ ਵੀ ਕਹਿੰਦੇ ਦਿਲ ਖੋਲ ਕੇ ਦਾਨ ਕੀਤਾ ਹੈ। ਆਵਤ ਰਾਗ ਕਲਾਵਤ ਗਾਵਤ ਭਾਵਤ ਜੇ ਬਿਤ ਪਾਵਤ ਸੀ। ਜਿਹੜੇ ਰਾਗਾਂ ਦੇ ਧਣੀ ਨੇ, ਰਾਗ ਗਾਇਨ ਕਰਨ ਵਾਲੇ ਨੇ, ਕਹਿੰਦੇ ਆ ਕੇ ਉਹ ਵੀ ਖੁਸ਼ੀ ਦੇ ਵਿੱਚ ਰਾਗ ਗਾਉਂਦੇ ਨੇ ਤੇ ਕਹਿੰਦੇ ਅਨੇਕਾਂ ਤਰ੍ਹਾਂ ਦੇ ਆਲਾਪ ਲਾ ਕੇ ਉਹ ਗਾਇਨ ਕਰਦੇ ਨੇ ਤੇ ਇਸੇ ਤਰ੍ਹਾਂ ਉਹ ਵੀ ਮੂੰਹ ਮੰਗਿਆ ਦਾਨ ਪ੍ਰਾਪਤ ਕਰਦੇ ਹਨ। ਜਾ ਵਿਦ ਕੋਤ ਛਾਪਿਓ ਕਬ ਕੀਨ ਕਬਿਤਨ ਮਦ ਪਨਈ। ਇਸੇ ਤਰ੍ਹਾਂ ਕਹਿੰਦੇ ਖੁਸ਼ੀਆਂ ਭਰਿਆ ਉਤਸ਼ਾਹ ਸਾਰੇ ਰਲ ਮਿਲ ਕੇ ਮਨਾ ਰਹੇ ਨੇ ਤੇ ਕਵੀ ਜਿਹੜੇ ਨੇ ਉਹ ਕਵਿਤਾ ਵਿੱਚ ਕਥਨ ਕਰਦੇ ਨੇ। ਕਵੀ ਜੀ ਨੇ ਵੀ, ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਅਨੇਕਾਂ ਪ੍ਰਕਾਰ ਦੇ ਸ਼ੰਤ ਵਰਤ ਕੇ, ਅਨੇਕਾਂ ਪ੍ਰਕਾਰ ਦੀ ਕਵੀ ਦੀ ਸ਼ੈਲੀ ਵਰਤ ਕੇ, ਕਵਿਤਾ ਦੀ ਸ਼ੈਲੀ ਵਰਤ ਕੇ ਇਹ ਸਾਰਾ ਜਸ ਜਿਹੜਾ ਹੈ ਕਲਮਬੰਦ ਕੀਤਾ ਹੈ। ਪਾਵਨ ਮੰਗਲ ਹੋਤ ਸੁਹਾਵਨ ਪਾਵਨ ਪਾਟ ਰਟੈ ਗੁਣ ਕੋ। ਇਸੇ ਤਰ੍ਹਾਂ ਕਹਿੰਦੇ ਇਹ ਖੁਸ਼ੀ ਦੇ ਮੌਕੇ ਦੇ ਉੱਤੇ ਜਿਹੜਾ ਪਾਵਨ ਮੰਗਲ ਹੈ ਨਾ, ਜਿਹੜਾ ਸੁੰਦਰ ਮੰਗਲ ਹੈ, ਬਹੁਤ ਸ਼ੋਭਾ ਪਾ ਰਿਹਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਭੱਟ ਨੇ ਉਹ ਅਨੇਕਾਂ ਤਰੀਕਿਆਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਪਾਤਸ਼ਾਹ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਲਾਗੀ ਸਭਾ ਸਭ ਬੇਦਨ ਕੀ ਨਟ ਰਾਗ ਆਲਾਪ ਕਰੇ ਤੁਨ ਕੋ। ਇਸੇ ਤਰ੍ਹਾਂ ਰਾਗਾਂ ਦੇ ਨਾਲ, ਨਵੀਆਂ ਨਵੀਆਂ ਧੁਨਾਂ ਦੇ ਨਾਲ, ਅਨੇਕਾਂ ਪ੍ਰਕਾਰਾਂ ਦੇ ਨਾਲ ਆਲਾਪ ਲਾ ਕੇ ਪਾਤਸ਼ਾਹ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਰੀਜ ਹਿਰਦੈ ਬਖਸ਼ੈ ਬਖਸ਼ੀਸ਼ਨ ਪਾਏ ਕੈਸੋ ਹਰਿ ਖੈ ਤਨ ਕੋ। ਇਸੇ ਤਰ੍ਹਾਂ ਕਹਿੰਦੇ ਹਿਰਦੇ ਦੇ ਵਿੱਚ ਬੜੇ ਖੁਸ਼ ਹੋ ਕੇ ਬੇਦੀ ਜਿਹੜੇ ਨੇ ਉਹ ਬਖਸ਼ੀਸ਼ਾਂ ਦੇ ਰਹੇ ਨੇ, ਦਾਨ ਦੇ ਰਹੇ ਨੇ ਤੇ ਮੰਗਤੇ ਦਾਨ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋ ਰਹੇ ਹਨ।
हाल बिलास करे मिल कै बिख कोतक पात अनेकन को। इसे तरह कहते सारे ਵੱਖ-ਵੱਖ तरीकों के कौतक वेख के भट्टां दे कोलों सिफत हुंदी देख के, ਜਿਹੜੇ ਰਾਗਾਂ ਦੇ ਧਨੀ ਨੇ ਉਹਨਾਂ ਦੇ ਦੁਆਰਾ ਆਲਾਪ ਲਾਉਂਦਿਆਂ ਦੇਖ ਕੇ, ਨਗਰ ਦੀਆਂ ਇਸਤਰੀਆਂ ਦੇ ਕੋਲੋਂ ਖੁਸ਼ੀ ਦੇ ਰੂਪ ਦੇ ਵਿੱਚ ਸਿੱਠਣੀਆਂ ਜਿਹੜੀਆਂ ਗਾਈਆਂ ਜਾਂਦੀਆਂ ਨੇ, ਤੇ ਇਸ ਸਾਰੇ ਕੁਝ ਨੂੰ ਦੇਖ ਕੇ ਕੌਤਕ ਦੇਖ ਕੇ ਹਾਸ ਵਿਲਾਸ ਕਰ ਰਹੇ ਹਨ। ਖਰੀ ਚਾਰ ਬਰਾਤ ਬਣੀ ਸਕਰੀ ਤਨ ਭੁਖਨ ਜੇਬ ਜਰਾ ਬਜਰੀ। ਤੇ ਕਹਿੰਦੇ ਸਾਰੀ ਬਰਾਤ ਬੜੀ ਸੁੰਦਰ ਲੱਗ ਰਹੀ ਹੈ, ਉਹਨਾਂ ਦੇ ਪਹਿਨੇ ਹੋਏ ਕਹਿੰਦੇ ਜੜਾਊ ਗਹਿਣੇ ਬੜੇ ਸ਼ੋਭਾ ਪਾ ਰਹੇ ਹਨ। ਜਰੀ ਦੋਜ਼ ਫਿਰੈ ਬਿਜਨਾ ਸਭ ਪੈ ਸਮ ਸੂਰਜ ਕੇ ਜਿਹੇ ਕ੍ਰਾਂਤ ਤਰੀ। ਤੇ ਕਹਿੰਦੇ ਜਿਹੜੇ ਇਸ ਜੀਆਂ ਨੂੰ ਸਾਰੀ ਬਰਾਤ ਨੂੰ ਕਹਿੰਦੇ ਜਿਹੜਾ ਪੱਖਾ ਝੱਲਿਆ ਜਾ ਰਿਹਾ ਨਾ, ਜਿਹਦੇ ਨਾਲ ਸਾਰਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ, ਕਹਿੰਦੇ ਉਹਦੇ ਉੱਤੇ ਵੀ ਤਿੱਲੇ ਦੀ ਕਢਾਈ ਕੀਤੀ ਹੋਈ ਹੈ। ਧਰੀ ਪੋਸ਼ਛ ਅੰਗ ਪਟੰਬਰ ਅੰਬਰ ਹੈ ਪਸ਼ਮੰਬਰ ਸ਼ੋਭ ਕਰੀ। ਤੇ ਕਹਿੰਦੇ ਜਿਹੜੇ ਸਾਰਿਆਂ ਨੇ ਕੱਪੜੇ ਪਹਿਨੇ ਹੋਏ ਨੇ, ਤੇ ਉਹ ਵੀ ਕਹਿੰਦੇ ਵਧੀਆ ਕਿਸਮ ਦੇ ਕੱਪੜੇ ਨੇ, ਪਸ਼ਮੀਨੇ ਦੇ ਬਣੇ ਹੋਏ ਕੱਪੜੇ ਨੇ। ਸਾਰਿਆਂ ਨੇ ਉਸ ਕੱਪੜੇ ਦੀਆਂ ਬਣੀਆਂ ਹੋਈਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਨੇ। ਕਰੀ ਸੁੰਦਰ ਰੰਗ ਅਨੇਕਨ ਕੀ ਪੁਰਹੂਤ ਸਬਾਦੁ ਤਲੀਨ ਸ਼ਰੀ। ਤੇ ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਬਰਾਤ ਵੇਖ ਕੇ ਇੰਜ ਲੱਗ ਰਿਹਾ ਕਿ ਇਸ ਬਰਾਤ ਦੇ ਅੱਗੇ ਇੰਦਰ ਦੀ ਲੱਗੀ ਹੋਈ ਸਭਾ ਵੀ ਮਾਤ ਪਾਉਂਦੀ। ਇਹ ਬਰਾਤ ਜਿਹੜੀ ਹੈ ਨਾ, ਇੰਦਰ ਦੀ ਸਭਾ ਨੂੰ ਵੀ ਮਾਤ ਪਾ ਰਹੀ ਹੈ। ਇਸ ਤਰੀਕੇ ਦੇ ਨਾਲ ਸਾਰੇ ਸੱਜ ਧੱਜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਰਾਤ ਦੇ ਵਿੱਚ ਸ਼ਿਰਕਤ ਕਰ ਰਹੇ ਹਨ। ਦੋਹਰਾ ਦਿਵਸ ਬਤੀਤੇ ਕਿਤਕ ਇਵ ਸਾਹ ਆਇਓ ਸਮੀਪ। ਲਗੇ ਕਰਨ ਤਿਆਰੀ ਚਲਲ ਬਿਹਾਨ ਕੁਲ ਕੋ ਦੀਪ। ਕਈ ਦਿਨ ਕਹਿੰਦੇ ਖੁਸ਼ੀਆਂ ਮਨਾਉਂਦੇ ਮਨਾਉਂਦੇ ਇਸ ਤਰ੍ਹਾਂ ਬਤੀਤ ਹੋ ਗਏ, ਤੇ ਹੁਣ ਜਿਹੜਾ ਸਾਹੇ ਦਾ ਦਿਨ ਮੁਕਰਰ ਕੀਤਾ ਗਿਆ ਸੀ ਉਹ ਦਿਨ ਨੇੜੇ ਆ ਗਿਆ। ਤੇ ਹੁਣ ਕਹਿੰਦੇ ਸਾਰੇ ਬੇਦੀ ਕੁਲ ਦੇ ਜੀ ਇਕੱਠੇ ਹੋ ਕੇ ਆਪਣੇ ਬੇਦੀ ਕੁਲ ਦੇ ਦੁਲਾਰੇ ਨੂੰ, ਬੇਦੀ ਕੁਲ ਦੇ ਦੀਵੇ ਨੂੰ, ਕਹਿੰਦੇ ਦੀਪ ਨੂੰ ਹੁਣ ਵਿਆਹਣ ਦੇ ਵਾਸਤੇ ਚੱਲ ਵੇ ਹਨ। ਸਵਿਆ ਉਪਤ ਪਾਸ ਜਰਾਮ ਗਇਓ ਬਥ ਲੇਵਨ ਕੀ ਸਭ ਗਾਥ ਸੁਣਾਈ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ, ਕਹਿੰਦੇ ਭਾਈ ਜੈ ਰਾਮ ਜੀ ਸੁਲਤਾਨਪੁਰ ਨਗਰ ਦੇ ਰਾਜੇ ਕੋਲ ਗਏ ਨੇ, ਨਵਾਬ ਦੌਲਤ ਖਾਂ ਲੋਧੀ ਦੇ ਕੋਲ ਗਏ ਨੇ, ਤੇ ਜਾ ਕੇ ਫਿਰ ਉਹਨਾਂ ਦੇ ਕੋਲ ਹੁਣ ਸਾਰੀ ਗਾਥਾ ਸੁਣਾਈ ਹੈ ਵੀ ਅਸੀਂ ਇਸ ਤਰ੍ਹਾਂ ਇਸ ਕਾਰਜ ਦੇ ਵਾਸਤੇ ਹੁਣ ਸੁਲਤਾਨਪੁਰ ਦੀ ਧਰਤੀ ਤੋਂ ਜਾ ਰਹੇ ਹਾਂ, ਤੁਹਾਡੇ ਮੋਦੀ ਦੇ ਵਿਆਹ ਦੇ ਵਾਸਤੇ ਉਹਨੂੰ ਵਿਆਹਣ ਦੇ ਲਈ ਬਰਾਤ ਦੇ ਰੂਪ ਦੇ ਵਿੱਚ ਜਾ ਰਹੇ ਹਾਂ। ਤੇ ਫਿਰ ਕਹਿੰਦੇ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹ ਜੈ ਰਾਮ ਜੀ ਨੇ ਸਾਰੀ ਗਾਥਾ ਜਿਹੜੀ ਹੈ ਉਹ ਨਵਾਬ ਨੂੰ ਦੱਸੀ ਹੈ। ਦੀਨੇ ਮਤੰਗ ਅਬਾਰਨ ਸੰਗ ਤੁਰੰਗਮ ਸੋ ਅਸਵਾਰ ਬਣਾਈ। ਤੇ ਫਿਰ ਕਹਿੰਦੇ ਉਸ ਰਾਜੇ ਨੇ, ਨਵਾਬ ਦੌਲਤ ਖਾਂ ਲੋਧੀ ਨੇ, ਕਹਿੰਦੇ ਜਿਹੜੀਆਂ ਜਿਹੜੀਆਂ ਵਸਤੂਆਂ ਜੈ ਰਾਮ ਜੀ ਨੂੰ ਚਾਹੀਦੀਆਂ ਸੀ ਉਹਨਾਂ ਦੇ ਵਿੱਚ ਕਹਿੰਦੇ ਅੰਬਾਰੀਆਂ ਦੇ ਸਮੇਤ ਹਾਥੀ ਵੀ ਦਿੱਤੇ ਨੇ, ਤੇ ਸਵਾਰੀ ਦੇ ਵਾਸਤੇ ਕਹਿੰਦੇ ਘੋੜੇ ਵੀ ਦਿੱਤੇ ਨੇ, ਤੇ ਇਸੇ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਘੋੜਿਆਂ ਤੇ ਹਾਥੀਆਂ ਦੇ ਵਾਸਤੇ ਹਾਰ ਸ਼ਿੰਗਾਰ ਦੇ ਵੀ ਸਾਜੋ ਸਮਾਨ ਦਿੱਤਾ ਹੈ। ਭੂਖਨ ਸੁੰਦਰ ਕੰਚਨ ਕੇ ਨਗ ਬੀਚ ਜਰਾਵਨ ਸੋ ਸ਼ਬ ਸ਼ਾਹੀ। ਤੇ ਇਸੇ ਤਰ੍ਹਾਂ ਕਹਿੰਦੇ ਹਾਥੀਆਂ ਤੇ ਘੋੜਿਆਂ ਦੇ ਜਿਹੜੇ ਗਹਿਣੇ ਨੇ ਨਾ, ਉਹ ਵੀ ਸੋਨੇ ਦੇ ਜੜਾਊ ਨੇ। ਗਹਿਣਿਆਂ ਦੇ ਉੱਤੇ ਕਹਿੰਦੇ ਨਗ ਜੜੇ ਹੋਏ ਨੇ, ਜਿਵੇਂ ਆਮ ਤੌਰ ਦੇ ਉੱਤੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਜਾਂਦੀਆਂ ਨੇ ਨਾ, ਉਹ ਕਾਠੀਆਂ ਤੇ ਵੀ ਕਹਿੰਦੇ ਸੋਨੇ ਦੀਆਂ ਨੇ, ਉਹ ਕਾਠੀਆਂ ਦੇ ਉੱਤੇ ਵੀ ਨਗ ਜੜੇ ਹੋਏ ਨੇ। ਹਾਥੀ ਦੇ ਵੀ ਜਿਹੜੇ ਹਾਰ ਸ਼ਿੰਗਾਰ ਕੀਤਾ ਜਾਂਦਾ ਉਹ ਵੀ ਅਨੇਕਾਂ ਤਰ੍ਹਾਂ ਦੀਆਂ ਧਾਤਾਂ, ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਨਾਲ ਉਹ ਸ਼ਿੰਗਾਰ ਕੇ ਜਿਹੜਾ ਸਮਾਨ ਸੀ ਉਹ ਵੀ ਭਾਈ ਜੈ ਰਾਮ ਜੀ ਨੂੰ ਦਿੱਤਾ ਹੈ। ਔਰ ਤੂ ਖਾਰ ਦਏ ਹਿਤ ਭਾਰਨ ਤੰਬੂ ਕਨਾਤਨ ਕੇ ਸਮੁਦਾਈ। ਜਿਵੇਂ ਆਪ ਜੀ ਸਾਰੇ ਜਾਣਦੇ ਹੀ ਹੋ ਕਿ ਪੁਰਾਣੇ ਸਮਿਆਂ ਦੇ ਵਿੱਚ ਹਾਥੀਆਂ, ਘੋੜਿਆਂ ਦੇ ਉੱਤੇ ਜਾਂ ਊਂਠਾਂ ਦੇ ਉੱਤੇ ਜਾਂ ਬਲਦਾਂ ਦੇ ਨਾਲ ਗੱਡੇ ਜੋੜ ਕੇ ਇਹੀ ਸਵਾਰੀ ਦੇ ਸਾਧਨ ਹੁੰਦੇ ਸਨ।
ਇਹੀ ਆਉਣ ਜਾਣ ਦੇ ਆਮ ਤੌਰ ਦੇ ਉੱਤੇ ਸਾਧਨ ਹੁੰਦੇ ਸਨ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਨਵਾਬ ਦੌਲਤ ਖਾਂ ਲੋਧੀ ਨੇ ਹੁਣ ਕਹਿੰਦੇ ਜਿਹੜੇ ਤੰਬੂ ਤੇ ਕਨਾਤਾਂ ਵੀ ਦਿੱਤੀਆਂ ਨੇ, ਤੇ ਤੰਬੂ ਕਨਾਤਾਂ ਨੂੰ ਲੱਦਣ ਦੇ ਵਾਸਤੇ, ਉਹਨਾਂ ਨੂੰ ਚੱਕਣ ਵਾਸਤੇ, ਉਹਨਾਂ ਨੂੰ ਢੋ ਢੁਆਈ ਦੇ ਵਾਸਤੇ ਕਹਿੰਦੇ ਇੱਕ ਊਂਠਾਂ ਦਾ ਵਫਦ ਵੀ ਦਿੱਤਾ ਹੈ। ਅੜਿਲ ਦੌਲਤ ਖਾਂ ਲਖ ਹਿਰਦੈ ਸੋ ਮੋਦੀ ਆਪਣੋ, ਜਸ ਅਪਜਸ ਜਗ ਮਾਜ ਮੁਝੇ ਸੰਗ ਜਾਪਨੋ। ਕਹਿੰਦੇ ਦੌਲਤ ਖਾਂ ਲੋਧੀ ਨੇ ਵੀ ਆਪਣੇ ਹਿਰਦੇ ਦੇ ਵਿੱਚ ਇਸ ਗੱਲ ਨੂੰ ਪੱਕਾ ਕਰ ਲਿਆ। ਇਸ ਗੱਲ ਨੂੰ ਜਾਣ ਕੇ ਨਵਾਬ ਦੌਲਤ ਖਾਂ ਲੋਧੀ ਵੀ ਬੜੇ ਖੁਸ਼ ਹੋਏ ਨੇ ਕਿ ਜਿਹੜਾ ਮੇਰੇ ਕੋਲ ਮੋਦੀ ਹੈ ਨਾ, ਉਹਦਾ ਸਮਾਜ ਦੇ ਵਿੱਚ ਬੜਾ ਜਸ ਹੈ, ਬੜੀ ਵਡਿਆਈ ਹੋ ਰਹੀ ਹੈ ਉਸ ਦੀ। ਦੇਵ ਧਰਮ ਗਵਾਏ ਕੋਸ਼ ਤੇ ਹਰਖ ਯੁੱਤ, ਹੋਂ ਕਹਿ ਕਰੋ ਜਸ ਪੂਰ ਉਧਾਰੂ ਹੋਏ ਚਿਤ। ਇਸੇ ਤਰ੍ਹਾਂ ਕਹਿੰਦੇ ਫਿਰ ਜਦੋਂ ਉਹਨਾਂ ਨੇ ਜਸ ਨੂੰ ਜਾਣਿਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਜਾਣੀ, ਤੇ ਕਹਿੰਦੇ ਛੇਤੀ ਦੇ ਨਾਲ ਫਿਰ ਨਵਾਬ ਦੌਲਤ ਖਾਂ ਲੋਧੀ ਨੇ ਵੀ ਕਹਿੰਦੇ ਕੁਝ ਕੁ ਧਨ ਦਿੱਤਾ ਵੀ ਭਾਈ ਇਸ ਮੌਕੇ ਦੇ ਉੱਤੇ ਕਿਸੇ ਚੀਜ਼ ਦੀ ਕਮੀ ਨਹੀਂ ਆਣੀ ਚਾਹੀਦੀ, ਦਿਲ ਖੋਲ ਕੇ ਤੁਸੀਂ ਸਾਰੇ ਕਾਰ ਵਿਹਾਰ ਕਰਨੇ ਹਨ। ਸਵਿਆ ਆਨ ਜੈ ਰਾਮ ਨੈ ਤਾਮ ਵੇਖੈ ਤਤਕਾਲ ਕਰੀ ਚੜ੍ਹਨੇ ਕੀ ਤਿਆਰੀ। ਤੇ ਹੁਣ ਜੈ ਰਾਮ ਜੀ ਸਾਰਾ ਸਮਾਨ ਪ੍ਰਾਪਤ ਕਰਕੇ ਆਪਣੇ ਘਰ ਪਹੁੰਚ ਗਏ ਨੇ, ਤੇ ਘਰ ਆ ਕੇ ਕਹਿੰਦੇ ਬਰਾਤ ਨੂੰ ਚੜ੍ਹਾਈ ਕਰਨ ਦੇ ਵਾਸਤੇ ਆਖਿਆ, ਤੇ ਬਰਾਤ ਜਾਣ ਦੇ ਲਈ ਤਿਆਰੀ ਕਰਨ ਦੇ ਵਾਸਤੇ ਆਖਿਆ ਹੈ। ਆਪਣੇ ਆਪਣੇ ਬਾਹਨ ਸਾਜ ਆਰੂੜ ਪਏ ਤਨ ਪੋਸ਼ਸ਼ ਧਾਰੀ। ਤੇ ਸਾਰਿਆਂ ਨੇ ਕਹਿੰਦੇ ਆਪੋ ਆਪਣੇ ਸਾਧਨ ਜਿਹੜੇ ਨੇ ਉਹ ਤਿਆਰ ਕਰ ਲਏ ਨੇ, ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ ਗਈਆਂ ਨੇ, ਹਰੇਕ ਤਰ੍ਹਾਂ ਦੀ ਤਿਆਰੀ ਹੁਣ ਕਰ ਲਈ ਗਈ ਹੈ। ਲੋਕਕ ਵੈਦਕ ਰੀਤ ਕਰੀ ਸਭ ਬ੍ਰਿੰਦ ਮਿਲੀ ਤਹਿ ਨਾਗਰ ਨਾਰੀ। ਇਸੇ ਤਰ੍ਹਾਂ ਕਹਿੰਦੇ ਸਾਰੇ ਨਗਰ ਦੀਆਂ ਨਾਰੀਆਂ ਨੇ ਰਲ ਕੇ ਹੁਣ ਖੁਸ਼ੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਨੇ। ਜਿਵੇਂ ਆਮ ਤੌਰ ਦੇ ਉੱਤੇ ਪੁਰਾਣੀਆਂ ਮਾਈਆਂ ਬਜ਼ੁਰਗ ਬੀਬੀਆਂ ਆਮ ਤੌਰ ਦੇ ਉੱਤੇ ਵਿਆਹ ਦੇ ਮੌਕੇ ਦੇ ਉੱਤੇ ਘੋੜੀਆਂ ਗਾਉਂਦੀਆਂ ਸਨ, ਸਿੱਠਣੀਆਂ ਗਾਉਂਦੀਆਂ ਸਨ, ਤੇ ਇਸੇ ਤਰ੍ਹਾਂ ਕਹਿੰਦੇ ਸਾਰੀਆਂ ਇਸਤਰੀਆਂ ਨੇ ਰਲ ਮਿਲ ਕੇ ਹੁਣ ਖੁਸ਼ੀ ਦੇ ਗੀਤ ਗਾਉਣੇ ਸ਼ੁਰੂ ਕੀਤੇ ਹਨ। ਮਨ ਕੋਕਿਲ ਕਾ ਕੋਹਾਵਤ ਗਾਵਤ ਗੀਤਨ ਆਨੰਦ ਭਾਰੀ। ਕਹਿੰਦੇ ਉਹ ਜਿਹੜੀਆਂ ਇਸਤਰੀਆਂ ਰਲ ਮਿਲ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ ਨਾ, ਇੰਜ ਮਹਿਸੂਸ ਹੋ ਰਿਹਾ ਜਿਵੇਂ ਬਾਗਾਂ ਦੇ ਵਿੱਚ ਕੋਇਲਾਂ ਬੋਲ ਰਹੀਆਂ ਹੋਣ। ਸਾਰਸ ਲੋਚਨ ਬੰਦ ਵਿਮੋਚਨ ਰੂਪ ਬਿਲੋਕਤ ਹੈ ਮਨ ਹਾਰੀ। ਇਸੇ ਤਰ੍ਹਾਂ ਕਹਿੰਦੇ ਕਬਲ ਨੈਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਸਾਰਿਆਂ ਦੇ ਬੰਧਨਾਂ ਨੂੰ ਦੂਰ ਕਰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਦੇਖ ਕੇ ਸਾਰਿਆਂ ਦਾ ਮਨ ਜਿਹੜਾ ਹੈ ਹਰਿਆ ਜਾਂਦਾ ਹੈ। ਸੇਖਰੇ ਸੋ ਹੈ ਲਿਲਕਾਰੇ ਉਦਾਰ ਕੇ ਸੀਸ ਪਹਿ ਮਸੋਨੀ ਕੇ ਹਟਾਰੀ। ਤੇ ਕਹਿੰਦੇ ਜਿਹੜੇ ਸੀਸ ਦੇ ਉੱਤੇ ਫਿਰ ਪਾਤਸ਼ਾਹ ਜੀ ਨੇ ਦਸਤਾਰ ਸਜਾਈ ਹੋਈ ਹੈ ਨਾ, ਦਸਤਾਰ ਦੇ ਉੱਤੇ ਜਿਹੜੀ ਕਲਗੀ ਜੜੀ ਹੋਈ ਹੈ ਉਹ ਵੀ ਕਹਿੰਦੇ ਸੋਨੇ ਦੀ ਕਲਗੀ ਜਿਹੜੀ ਜੜੀ ਹੋਈ ਹੈ ਉਹ ਵੀ ਬਹੁਤ ਸ਼ੋਭਾ ਪਾ ਰਹੀ ਹੈ। शोभा को मोर फिरे सिर चोर पिखै नर दोर सो पीर पीभारी। इसे तरह कहते सारी शोभा नूं देख के जिथे सारे बराती हैरान हो रहे ने ते सारियां दा मन मोहिया जा रहा, ते कहते पातशाह जी दे उत्ते जिहड़ा है चोर झुलदा वेख के ते सारे नगर दे लोग जिहड़े रहिंदे ने ना ਉਹ ਛੇਤੀ ਦੇ ਨਾਲ ਦੌੜ ਕੇ ਆ ਕੇ ਇਹ ਸਾਰਾ ਕੁਝ ਦੇਖਣ ਦੇ ਲਈ ਉਤਾਵਲੇ ਹੋ ਰਹੇ ਨੇ। ਬੜੀ ਭੀੜ ਜੁੜੀ ਹੋਈ ਹੈ। ਹੋਏ ਅਰੂੜ ਚਲੇ ਸਿਬ ਕਾ ਪਦ ਜਾਮੇ ਜਟੇ ਚਮਕੈ ਨਗ ਚਾਰੀ। ਇਸੇ ਤਰ੍ਹਾਂ ਕਹਿੰਦੇ ਫਿਰ ਪਾਤਸ਼ਾਹ ਜੀ ਆਪਣੀ ਪਾਲਕੀ ਦੇ ਵਿੱਚ ਬੈਠ ਗਏ ਨੇ। ਜਿਹੜੀ ਪਾਲਕੀ ਤਿਆਰ ਕੀਤੀ ਸੀ ਨਾ, ਉਸ ਪਾਲਕੀ ਦੇ ਵਿੱਚ ਪਾਤਸ਼ਾਹ ਜੀ ਸਜ ਗਏ ਨੇ। ਤੇ ਕਹਿੰਦੇ ਇਸੇ ਤਰ੍ਹਾਂ ਪਾਤਸ਼ਾਹ ਜੀ ਦੀ ਪੋਸ਼ਾਕ ਦੇ ਉੱਤੇ ਜੜੇ ਹੋਏ ਨਗ ਰਤਨ ਜਵਾਹਰ ਬੜੀਆਂ ਚਮਕਾਂ ਮਾਰ ਰਹੇ ਹਨ। ਕਵਿਤ ਸੁੰਦਰਮ ਤੰਗ ਸਜਿਓ ਅਰਨ ਅੰਬਾਰੀ ਸੰਗ ਤਾਪੇ ਚੜਕਾ ਲੂ ਅੰਗ ਆਨੰਦ ਨਮਾਵਈ।
ਇਸੇ ਤਰ੍ਹਾਂ ਕਹਿੰਦੇ ਸਾਰੇ ਰਲ ਮਿਲ ਕੇ ਫਿਰ ਅਨੇਕਾਂ ਤਰੀਕਿਆਂ ਦੇ ਨਾਲ ਹੁਣ ਤਿਆਰੀਆਂ ਕਰਦੇ ਨੇ ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਸਵਈਆ ਦਿਸ਼ ਏਕ ਤਰੰਗਨ ਚੰਚਲ ਸੁੰਦਰ ਜਾਤ ਕੁਦਾਵਤ ਭੂਖਨ ਧਾਰੀ। ਤੇ ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਉਹ ਬਰਾਤ ਦਾ ਦ੍ਰਿਸ਼ ਕਲਮਬੰਦ ਕੀਤਾ। ਕਹਿੰਦੇ ਇੱਕ ਪਾਸੇ ਦਿਸ਼ ਏਕ ਤਰੰਗਨ, ਤਰੰਗ ਦਾ ਭਾਵ ਹੁੰਦਾ ਘੋੜੇ। ਕਹਿੰਦੇ ਇੱਕ ਫਿਰ ਉਹਨਾਂ ਦੇ ਵਿੱਚ ਇੱਕ ਉਹੋ ਜੀ ਬਰਾਤ ਹੈ ਜਿਹੜੀ ਘੋੜਿਆਂ ਦੇ ਉੱਤੇ ਜਾ ਰਹੇ ਨੇ ਤੇ ਇਹਨਾਂ ਦੇ ਉੱਤੇ ਕਹਿੰਦੇ ਇੱਕ ਪਾਸੇ ਸੁੰਦਰ ਅਤੇ ਚੰਚਲ ਚਲਾਕ ਘੋੜੇ ਸੋਹਣੇ ਗਹਿਣਿਆਂ ਦੇ ਨਾਲ ਸਜੇ ਹੋਏ ਚੱਲ ਰਹੇ ਹਨ। ਦਿਸ਼ ਏਕ ਮਤੰਗ ਅਭਾਰਨ ਸੰਗ ਕਰੇ ਜਿਹੇ ਗੰਡੇ ਭ੍ਰਿੰਗ ਗੁੰਜਾਰੀ। ਤੇ ਦੂਸਰੇ ਪਾਸੇ ਮਤੰਗ ਦਾ ਭਾਵ ਹੁੰਦਾ ਹਾਥੀ। ਕਹਿੰਦੇ ਦੂਸਰੇ ਪਾਸੇ ਹਾਥੀਆਂ ਦੇ ਉੱਤੇ ਸਵਾਰ ਹੋ ਕੇ ਵੀ ਜਿਹੜੇ ਨੇ ਉਹ ਬਰਾਤੀ ਜਾ ਰਹੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਹੀ ਸ਼ੋਭਾ ਪਾ ਰਹੇ ਹਨ। ਦਿਸ਼ ਏਕ ਚਲੇ ਸ਼ਿਵ ਕਾ ਰਥ ਪੰਗਤ ਵਿੱਚ ਬੇਰਾਜੇ ਬਾਹਜ ਚਾਰੀ। ਇੱਕ ਪਾਸੇ ਕਹਿੰਦੇ ਪਾਲਕੀਆਂ ਤਿਆਰ ਹੋ ਕੇ ਤੇ ਨਾਲ ਹੀ ਨਾਲ ਕਹਿੰਦੇ ਰਥ ਨੇ ਜਿਹੜੇ ਉਹ ਕਤਾਰਾਂ ਦੇ ਵਿੱਚ ਚੱਲ ਰਹੇ ਹਨ। ਦਿਸ਼ ਏਕ ਤੁਖਾਰ ਚਲੇ ਸਕਟੇ ਗਮਨੇ ਮਗ ਹੋਤ ਕੁਲਾਹਲ ਭਾਰੀ। ਤੇ ਇੱਕ ਪਾਸੇ ਕਹਿੰਦੇ ਊਂਠ ਅਤੇ ਗੱਡੇ ਜਾ ਰਹੇ ਨੇ ਤੇ ਇਹ ਸਾਰਾ ਕੁਝ ਦੇਖ ਕੇ ਕਹਿੰਦੇ ਬੜਾ ਹੀ ਸ਼ੋਰ ਪੈ ਰਿਹਾ ਹੈ। ਸਵਈਆ ਬਾਜਤ ਢੋਲ ਦਬਾਮੇ ਬਟੇ ਤੁਰਰੀ ਡਫ ਸੋ ਮੁਰਲੀ ਕਰਨਾਈ। ਇਸੇ ਤਰ੍ਹਾਂ ਕਹਿੰਦੇ ਉਹ ਸਾਰੇ ਵਫਦ ਦੇ ਅੱਗੇ, ਸਾਰੀ ਬਰਾਤ ਦੇ ਅੱਗੇ ਕਹਿੰਦੇ ਫਿਰ ਨਗਾਰੇ ਵੱਜ ਰਹੇ ਨੇ, ਵੱਡੇ ਵੱਡੇ ਢੋਲ ਵਜਾਏ ਜਾ ਰਹੇ ਨੇ, ਦਬਾਬੇ ਵੱਜ ਰਹੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਨਰਸਿੰਘੇ ਦੀਆਂ ਮਿੱਠੀਆਂ ਧੁਨਾਂ ਜਿਹੜੀਆਂ ਨੇ ਉਹ ਦੇਖ ਕੇ ਸਾਰੇ ਲੋਕ ਜਿਹੜੇ ਨੇ ਉਹ ਹੈਰਾਨ ਹੋ ਰਹੇ ਹਨ। ਝਾਂਜਰ ਪੂਰਨ ਫੀਰ ਵਜੈ ਮੁਖ ਬਾਤ ਕਹੀ ਨਹਿ ਦੇਤ ਸੁਨਾਈ। ਇਸੇ ਤਰ੍ਹਾਂ ਕਹਿੰਦੇ ਇਹ ਸਾਰੀਆਂ ਸਾਜ਼ਾਂ ਦੀਆਂ ਧੁਨਾਂ ਨੂੰ ਜਿਹੜੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਨਿਕਲ ਰਹੀਆਂ ਨੇ, ਕਹਿੰਦੇ ਇਸ ਤਰ੍ਹਾਂ ਜਿਹੜੀ ਇਹਨਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ, ਜਿਹੜੇ ਵੀ ਕੋਈ ਗੀਤ ਗਾ ਰਹੇ ਨੇ ਨਾ ਉਹ ਇਹਨਾਂ ਸਾਜ਼ਾਂ ਦੀਆਂ ਆਵਾਜ਼ਾਂ ਦੇ ਕਾਰਨ ਕੁਝ ਵੀ ਸੁਣਾਈ ਨਹੀਂ ਦੇ ਰਿਹਾ। ਰੰਗ ਅਨੇਕਨ ਕੀਰਪ ਤਾਕਨ ਜਾਹੇ ਲੈ ਸਭ ਆਗੇ ਹੀ ਤਾਈ। ਤੇ ਕਹਿੰਦੇ ਕਈ ਵਿਅਕਤੀ ਅਨੇਕਾਂ ਪ੍ਰਕਾਰ ਦੀਆਂ ਝੰਡੀਆਂ ਲੈ ਕੇ ਸਭ ਤੋਂ ਅੱਗੇ ਅੱਗੇ ਜਾ ਰਹੇ ਹਨ। ਮੰਗਲ ਭੁਣ ਪਏ ਸ਼ੁਭ ਸੋਣ ਸਮੇਂ ਸਭ ਘੁਣ ਕੇ ਦੀਨੇ ਦਿਖਾਈ। ਤੇ ਇਸੇ ਤਰ੍ਹਾਂ ਕਹਿੰਦੇ ਘਰ ਦੇ ਵਿੱਚੋਂ ਜੰਝ ਦੇ ਚੱਲਣ ਦੇ ਵਾਸਤੇ ਅਨੇਕਾਂ ਤਰ੍ਹਾਂ ਦੇ ਸ਼ਗਨ ਕੀਤੇ ਗਏ ਹਨ। ਸੋਰਠਾ ਚਲੇ ਪਰਮ ਸੁਖ ਪਾਏ ਬਾਜੇ ਘੰਟੇ ਗਜਨ ਕੇ। ਘੁੰਗਰੂ ਸ਼ਰਸ਼ਨ ਲਾਏ ਰਾਜੇ ਹੱਥ ਰਾਜ ਸਾਜੇ ਤੁਰੰਗ। ਇਸੇ ਤਰ੍ਹਾਂ ਕਹਿੰਦੇ ਜੰਝ ਜਿਹੜੀ ਹੈ ਉਹ ਹੁਣ ਚਾਲੇ ਪਾਉਣ ਲਈ ਤਿਆਰ ਹੋ ਗਈ ਹੈ। ਬੜਾ ਸੁਖ ਪਾ ਰਹੇ ਨੇ। ਕਹਿੰਦੇ ਹਾਥੀਆਂ ਦੇ ਗਲਾਂ ਦੇ ਵਿੱਚ, ਊਂਠਾਂ ਦੇ ਗਲਾਂ ਦੇ ਵਿੱਚ ਕਹਿੰਦੇ ਟੱਲੀਆਂ ਬਣੀਆਂ ਹੋਈਆਂ ਨੇ, ਉਹ ਵੀ ਮਧੁਰ ਆਵਾਜ਼ ਪੈਦਾ ਕਰ ਰਹੀਆਂ ਨੇ। ਰੱਥਾਂ ਦੇ ਨਾਲ ਜੁੱਤੇ ਜਿਹੜੇ ਨੇ ਉਹ ਜਿਹੜੇ ਸਜੇ ਹੋਏ ਘੋੜੇ ਨੇ, ਕਹਿੰਦੇ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਝਾਂਜਰਾਂ ਬੰਨੀਆਂ ਹੋਈਆਂ ਨੇ, ਘੁੰਗਰੂ ਬਣੇ ਹੋਏ ਨੇ ਤੇ ਇਹਨਾਂ ਦੇ ਵੀ ਕਹਿੰਦੇ ਮਧੁਰ ਮਧੁਰ ਆਵਾਜ਼ ਆ ਰਹੀ ਹੈ। ਦੋਹਰਾ ਮੁਝ ਕੋ ਰਾਖਿਓ ਸੰਗ ਨਿਜ ਖਚ ਪ੍ਰਿਥ ਕਛ ਦੇ। ਸੁਣਿਆ ਸ਼੍ਰੀ ਅੰਗਦ ਗੁਰੂ ਕਥਾ ਸਾਰ ਰਸ ਲੈ। ਤੇ ਇਸੇ ਤਰ੍ਹਾਂ ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਤੇ ਆਖਦੇ ਨੇ ਪਾਤਸ਼ਾਹ ਜੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਆਪਣੇ ਨਾਲ ਰੱਖਿਆ ਸੀ ਵੀ ਭਾਈ ਜਿਹੜਾ ਵੀ ਖਰਚਾ ਕਰਨਾ ਹੈ ਨਾ, ਜੋ ਵੀ ਲੈਣ ਦੇਣ ਦੀਆਂ ਸਾਰੀਆਂ ਰਸਮਾਂ ਰਿਵਾਜਾਂ ਨੇ ਜਾਂ ਕਿਤੇ ਵੀ ਖਰਚਾ ਕਰਨ ਦੀ ਲੋੜ ਪਈ, ਸਾਰਾ ਤੁਸੀਂ ਹੀ ਕਾਰਜ ਸੰਭਾਲਣਾ ਹੈ। ਦੋਹਰਾ ਕੇਵਟ ਮਿਲ ਆਏ ਸਬੈ ਦੂਲੋ ਹੀਰਨ ਹੇਤ। ਦਰਬ ਬਸਨ ਬਖਸ਼ੇ ਤਿਨੇ ਸ਼੍ਰੀ ਬੇਦੀ ਕੁਲ ਕੇਤ। ਇਸੇ ਤਰ੍ਹਾਂ ਕਹਿੰਦੇ ਹੁਣ ਜਿਹੜੀ ਇਹ ਸਾਰੀ ਬਰਾਤ ਹੈ ਨਾ, ਇਹ ਸਾਰੀ ਬਰਾਤ ਹੁਣ ਚੱਲ ਕੇ ਸੁਲਤਾਨਪੁਰ ਦੀ ਧਰਤੀ ਤੋਂ ਉੱਤੇ ਉਹ ਚੱਲ ਕੇ ਕਹਿੰਦੇ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਸਾਰੀ ਬਰਾਤ ਪਹੁੰਚ ਗਈ ਹੈ। ਹੁਣ ਬਿਆਸ ਦਰਿਆ ਪਾਰ ਕਰਾਉਣ ਦੇ ਲਈ ਕਿੱਥੇ ਜਿੰਦੇ ਕਹਿੰਦੇ ਜਿਹੜੇ ਵੀ ਮਲਾਹ ਸਨ, ਕਿਸ਼ਤੀਆਂ ਚਲਾਉਣ ਵਾਲੇ ਸਨ,
ਤਾਂ ਕਹਿੰਦੇ ਉਹਨਾਂ ਸਾਰਿਆਂ ਨੂੰ ਫਿਰ ਆਖਿਆ ਗਿਆ ਵੀ ਭਾਈ ਇਸ ਬਰਾਤ ਨੂੰ ਤੁਸੀਂ ਪਾਰ ਕਰਾਉਣਾ ਦਰਿਆ, ਬਿਆਸ ਦਰਿਆ ਨੂੰ ਪਾਰ ਕਰਾਉਣਾ। ਤੇ ਕਹਿੰਦੇ ਫਿਰ ਉਹਨਾਂ ਕਿਸ਼ਤੀਆਂ ਦੇ ਵਿੱਚ ਤੇ ਸਾਰੇ ਜਿਹੜੇ ਸਾਜੋ ਸਮਾਨ ਦੇ ਜਿੰਨੇ ਵੀ ਸਾਧਨ ਲੈ ਕੇ ਆਏ ਸਨ, ਜੋ ਵੀ ਰਸਦਾ ਬਸਦਾ ਨਾਲ ਲੈ ਕੇ ਆਏ ਸਨ, ਉਹ ਸਾਰੀਆਂ ਰਸਦਾ ਬਸਦਾ, ਹਾਥੀ ਘੋੜੇ ਸਾਰੇ ਕਹਿੰਦੇ ਫਿਰ ਉਸ ਕਿਸ਼ਤੀਆਂ ਦੇ ਵਿੱਚ ਸਵਾਰ ਕਰਕੇ ਇਹਨਾਂ ਮਲਾਹਾਂ ਨੇ ਫਿਰ ਦਰਿਆ ਪਾਰ ਕਰਵਾਇਆ ਹੈ। ਸਵਿਆ ਹੋਏ ਉਲੰਘਨ ਜੋ ਸਰਤਾ ਸਭਿਆਨ ਖਡੂਰ ਮੈਂ ਕੀਨ ਮੁਕਾਮਾ। ਹੁਣ ਬਿਆਸ ਦਰਿਆ ਪਾਰ ਕਰਕੇ ਕਹਿੰਦੇ ਸਾਰੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਗਏ ਨੇ। ਤੇ ਫਿਰ ਇੱਥੇ ਆ ਕੇ ਆਸਣ ਲਗਾਏ ਹਨ। ਜਾਮਨ ਮੈਂ ਪਕਵਾਨ ਸੋ ਕਾਲੂ ਨੇ ਬਾਟ ਬਰਾਤ ਦਿਓ ਅਬਿਰਾਮਾ। ਤੇ ਰਾਤ ਪਈ ਹੋਣ ਦੇ ਕਾਰਨ ਜਿਹੜੇ ਮਹਿਤਾ ਕਾਲੂ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੋਂ ਨਾਲ ਆਏ ਹੋਏ ਨੇ, ਜਿੰਨੇ ਵੀ ਬਰਾਤੀ ਆਏ ਹੋਣੇ ਉਹਨਾਂ ਨੂੰ ਹੁਣ ਛਕਣ ਦੇ ਵਾਸਤੇ ਪਦਾਰਥ ਦੇ ਰਹੇ ਹਨ। ਭੋਜਨ ਕਹਿ ਅੱਜ ਕਹਿ ਸਹਿ ਭਰਾਤਨ ਪੋੜੇ ਪੁਰਅੰਕ ਮੈਂ ਸ਼੍ਰੀ ਸੁਖ ਧਾਮਾ। ਇਸੇ ਤਰ੍ਹਾਂ ਕਹਿੰਦੇ ਸਾਰੇ ਜਾਣੇ ਭੋਜਨ ਛਕ ਕੇ ਫਿਰ ਆਰਾਮ ਕਰਨ ਲੱਗ ਰਹੇ ਨੇ। ਸਾਰਿਆਂ ਨੇ ਇੱਥੇ ਆਸਣ ਲਗਾਏ ਹੋਏ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਆਪਣੇ ਪਲੰਘ ਦੇ ਉੱਤੇ ਬਿਰਾਜ ਗਏ ਹਨ। ਭੁਰ ਪਈ ਗੁਣ ਭਾਟ ਰਟੈ ਬਹੁ ਬਾਜੇ ਬਜੇ ਜਗ ਪੂਰਨ ਕਮਾ। ਭੁਰ ਪਈ ਦਾ ਭਾਵ ਕਹਿੰਦੇ ਫਿਰ ਹੁਣ ਸਵੇਰ ਹੋ ਗਈ। ਸਵੇਰ ਜਦੋਂ ਹੋਈ ਕਹਿੰਦੇ ਭੱਟਾਂ ਨੇ ਫਿਰ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਨੇ, ਜਸ ਗਾਉਣ ਲੱਗ ਪਏ ਨੇ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਤੋਂ ਬਾਜੇ ਵੱਜਣ ਲੱਗ ਪਏ ਨੇ। ਸਭ ਕਾਰਜ ਪੂਰਨ ਹੋਏ ਹਨ। ਛਪਿਆ ਨਿਜ ਨਿਜ ਸਜ ਸਜ ਜਾਣ ਸਭ ਚੜ ਚਲੀ ਬਰਾਤਾ। ਗ੍ਰਾਮ ਨਗਰ ਮਗ ਆਏ ਨਾਰ ਨਰ ਹਵੈ ਹੁਲ ਸਾਤਾ। ਇਸੇ ਤਰ੍ਹਾਂ ਕਹਿੰਦੇ ਅਗਲੇ ਦਿਨ ਦੀ ਜਿਹੜੀ ਸਵੇਰ ਹੋਈ ਹੈ ਨਾ, ਹੁਣ ਸਾਰੇ ਬਰਾਤੀ ਕਹਿੰਦੇ ਛੇਤੀ ਦਿਨਾਂ ਤਿਆਰ ਹੋ ਗਏ ਨੇ, ਸਾਰੇ ਸਜ ਧੱਜ ਕੇ ਤਿਆਰ ਹੋ ਗਏ ਨੇ। ਤੇ ਇਸੇ ਤਰ੍ਹਾਂ ਕਹਿੰਦੇ ਰਸਤੇ ਦੇ ਵਿੱਚ ਜਿਹੜੇ ਵੀ ਨਗਰ ਆਉਂਦੇ ਨੇ ਉਹ ਸਾਰੇ ਨਗਰ ਦੇ ਲੋਕ, ਪਿੰਡ ਦੇ ਇਸਤਰੀਆਂ ਮਰਦ ਇਹ ਬਰਾਤ ਦੀ ਚੜ੍ਹਤ ਨੂੰ ਦੇਖ ਕੇ ਬੜੇ ਹੈਰਾਨ ਹੋਏ ਹਨ। ਦੇਖੇ ਦਿਲੋਂ ਤੋਰ ਦਰਸ ਦੁਖ ਦਾਰਦ ਦਲ ਤੂ। ਪਰਸ ਪਰ ਕਰੇ ਸਰਾਹੇ ਸੰਗ ਤਜ ਸਦਨ ਨ ਚਲ ਤੂ। ਤੇ ਇਸੇ ਤਰ੍ਹਾਂ ਕਹਿੰਦੇ ਉਹ ਲਾੜੇ ਦੇ ਵੀ ਦਰਸ਼ਨ ਕਰ ਰਹੇ ਨੇ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ ਨਾ, ਕਹਿੰਦੇ ਫਿਰ ਉਹ ਤੱਕਦੇ ਹੀ ਰਹਿ ਜਾਂਦੇ ਨੇ। ਕਿਸੇ ਦਾ ਵੀ ਘਰ ਵਾਪਸ ਜਾਣ ਨੂੰ ਜੀ ਨਹੀਂ ਕਰਦਾ। ਇਹੋ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ। ਤੇ ਫਿਰ ਇਹ ਬਰਾਤ ਦੇ ਸਾਰੇ ਕੁਝ ਖੁਸ਼ੀਆਂ ਭਰਾ ਮਾਹੌਲ ਦੇਖ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਹਨ। ਪੁਨ ਅਸ ਪ੍ਰਕਾਰ ਦਵੈ ਨਿਸ ਅਪਰਮੰਗ ਮੈਂ ਕਰੀ ਬਤੀਤ ਚਲ। ਤਬ ਪਹੁੰਚੇ ਤੇਰੇ ਪੁਰ ਕੇ ਨਿਕਟ ਕਰਨਿਓ ਜੋ ਟੁਕਾਓ ਭਲ। ਇਸੇ ਤਰ੍ਹਾਂ ਕਹਿੰਦੇ ਹੁਣ ਸਾਰੀ ਬਰਾਤ ਫਿਰ ਇਸੇ ਤਰ੍ਹਾਂ ਚਾਲੇ ਪਾਉਂਦੀ ਹੁੰਦੀ ਹੌਲੀ ਹੌਲੀ ਕਹਿੰਦੇ ਫਿਰ ਉਸ ਅਸਥਾਨ ਦੇ ਨੇੜੇ ਪਹੁੰਚ ਗਏ ਨੇ ਜਿੱਥੇ ਬਰਾਤ ਨੇ ਢੁਕਾ ਕਰਨਾ। ਇਸੇ ਤਰ੍ਹਾਂ ਫਿਰ ਸਾਰਿਆਂ ਨੂੰ ਜਦੋਂ ਪਤਾ ਲੱਗਾ ਵੀ ਭਾਈ ਬਰਾਤ ਨੇੜੇ ਆ ਗਈ ਹੈ, ਤੇ ਫਿਰ ਕਹਿੰਦੇ ਰਾਸਤੇ ਦੇ ਵਿੱਚ ਇਸ ਤਰ੍ਹਾਂ 2 ਰਾਤਾਂ ਕੱਟੀਆਂ ਗਈਆਂ ਸਨ। ਰਾਹ ਦਾ ਪੈਂਡਾ ਲੰਬਾ ਸੀ, ਸਾਧਨਾਂ ਦੀ ਘਾਟ ਸੀ, ਤੇ ਘੋੜਿਆਂ ਰੱਥਾਂ ਦੇ ਉੱਤੇ ਆਏ ਸਨ। 2 ਰਾਤਾਂ ਰਾਸਤੇ ਦੇ ਵਿੱਚ ਕੱਟੀਆਂ। ਤੇ ਫਿਰ ਕਹਿੰਦੇ ਉਹ ਉਸ ਨਗਰ ਦੇ ਨੇੜੇ ਪਹੁੰਚ ਗਏ ਨੇ ਜਿੱਥੇ ਜੰਜ ਦਾ ਢੁਕਾ ਕਰਨਾ ਸੀ। ਸੋਰਠਾ ਕੋਸ ਪਰਮਾਨ ਟਿਕਾਏ ਸੁੰਦਰ ਸਜਤ ਬਰਾਤ ਜੋ। ਭਇਓ ਸੰਪੂਰਨ ਧਿਆਏ ਬੋਹਰ ਕਰੇ ਇਤਿਹਾਸ ਕਬ। ਤੇ ਇਸੇ ਤਰ੍ਹਾਂ ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਆਪਣੀ ਕਲਮ ਦੇ ਨਾਲ ਇਹ ਬਰਾਤ ਦਾ ਜਿਹੜਾ ਦ੍ਰਿਸ਼ ਸੀ ਕਲਮਬੰਦ ਕੀਤਾ ਵੀ ਕਿਸ ਤਰ੍ਹਾਂ ਬਰਾਤ ਸੁੰਦਰ ਸਜੀ ਹੋਈ ਹੈ, ਕਿਸ ਤਰ੍ਹਾਂ ਸ਼ੋਭਾ ਪਾ ਰਹੇ ਨੇ। ਕਹਿੰਦੇ ਇੱਕ ਕੋਹ ਦੂਰ ਦੀ ਦੂਰੀ ਦੇ ਉੱਤੇ ਬਰਾਤ ਨੂੰ ਰੁਕਣ ਲਈ ਆਖਿਆ ਗਿਆ। ਜਿੱਥੇ ਬਰਾਤ ਦਾ ਟਿਕਾਣਾ ਕੀਤਾ ਸੀ ਉਹ ਇੱਕ ਕੋਹ ਦੀ ਦੂਰੀ ਦੇ ਉੱਤੇ ਬਰਾਤ ਨੂੰ ਰੁਕਣ ਲਈ ਕਿਹਾ ਗਿਆ। ਤੇ ਇਸੇ ਤਰ੍ਹਾਂ ਹੁਣ ਕਵੀ ਸੰਤੋਖ ਸਿੰਘ ਜੀ ਆਖਦੇ ਨੇ ਕਿ ਇਹ ਜਿਹੜਾ ਅਧਿਆਇ ਹੈ ਇੱਥੇ ਸੰਪੂਰਨ ਹੁੰਦਾ ਹੈ। ਅਸੀਂ 21ਵੇਂ ਅਧਿਆਇ ਦੀ ਕਥਾ ਦਾ ਪ੍ਰਸੰਗ ਜਿਹੜਾ ਸੀ ਸਰਵਣ ਕਰਦੇ ਸੀ, ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਅਗਲੇ ਪ੍ਰਸੰਗ ਦੀ ਆਰੰਭਤਾ ਕਰਾਂਗੇ ਕਿ ਕਿਸ ਤਰ੍ਹਾਂ ਬਰਾਤ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਮੇਤ ਹੁਣ ਫਿਰ ਉਸ ਨਗਰ ਦੇ ਵਿੱਚ ਪਹੁੰਚਦੇ ਨੇ ਤੇ ਕਿਹੋ ਜਿਹਾ ਖੁਸ਼ੀਆਂ ਭਰਿਆ ਮਾਹੌਲ ਹੈ, ਕੀ ਰੀਤੀ ਰਿਵਾਜ ਉਸ ਸਮੇਂ ਨਿਭਾਏ ਜਾਂਦੇ ਨੇ, ਉਹ ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ 22ਵੇਂ ਅਧਿਆਇ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ।
ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।